प्यारे भैणों ਅਤੇ ਭਾਈਓ, ਜੈ ਮਸੀਹ ਦੀ। ਪਿਆਰਿਓ, ਮੈਂ ਪਰਮੇਸ਼ਰ ਦੇ ਪਵਿੱਤਰ ਬਚਨ ਦੇ ਵਿੱਚੋਂ ਕੁਝ ਆਇਤਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਹਾਂ। ਇਸ ਤੋਂ ਪਹਿਲਾਂ ਕਿ ਮੈਂ ਇੱਕ ਆਇਤ ਪੜ੍ਹਾਂ, ਇੱਕ ਹਵਾਲਾ ਪੜ੍ਹਾਂ, ਮੈਂ ਦੱਸਣਾ ਚਾਹੁੰਦਾ ਹਾਂ ਕਿ ਇੱਕ ਵਿਅਕਤੀ ਜੋ ਵਿਸ਼ਵਾਸੀ ਹੈ ਉਹ ਆਪਣੇ ਆਪ ਨੂੰ ਵਿਸ਼ਵਾਸੀ ਤਾਂ ਕਹਾਉਂਦਾ ਹੈ, ਪਰ ਉਹਦੀ ਆਤਮਿਕ ਜ਼ਿੰਦਗੀ ਇੱਕ ਵਿਸ਼ਵਾਸੀ ਵਾਲੀ ਨਹੀਂ ਹੈ। ਉਹਦੀ ਰੂਹਾਨੀ ਜ਼ਿੰਦਗੀ ਅਨਿਸ਼ਚਿਤ ਹੈ, ਨਿਸ਼ਚਿਤ ਨਹੀਂ ਹੈ ਅਤੇ ਬੇਅਸਰ ਹੈ। ਉਹਦੀ ਆਤਮਿਕ ਜ਼ਿੰਦਗੀ ਬੇਅਸਰ ਹੈ, ਮਤਲਬ ਉਹਦੀ ਆਤਮਿਕ ਜ਼ਿੰਦਗੀ ਦੇ ਵਿੱਚ ਕੁਝ ਨਿਸ਼ਚਿਤ ਨਹੀਂ ਹੈ। ਪਰ ਪਰਮੇਸ਼ਰ ਦੀ ਮੰਗ ਕੀ ਹੈ? ਜੇ ਵਿਸ਼ਵਾਸੀ ਹੋ ਤਾਂ ਫਿਰ ਨਿਸ਼ਚਿਤ ਹੋਣਾ ਬਹੁਤ ਜ਼ਰੂਰੀ ਹੈ। ਮੈਂ ਲੂਕਾ ਦੀ ਅੰਜੀਲ 9 ਅਧਿਆਏ ਉਹਦੀ 57 ਆਇਤ ਤੋਂ ਪੜ੍ਹਾਂਗਾ। ਲੂਕਾ ਦੀ ਅੰਜੀਲ 9 ਅਧਿਆਏ ਉਹਦੀ 57 ਤੋਂ ਇੱਥੇ ਲਿਖਿਆ ਹੈ, ਜਾਂ ਉਹ ਰਸਤੇ ਦੇ ਵਿੱਚ ਚਲੇ ਜਾਂਦੇ ਸਨ, ਪ੍ਰਭੂ ਯਿਸੂ ਤੇ ਉਹਦੇ ਚੇਲੇ ਜਦੋਂ ਰਸਤੇ ਵਿੱਚ ਜਾ ਰਹੇ ਸਨ ਤਾਂ ਉਹਨੂੰ ਕਿਨੇ ਆਖਿਆ, ਜਿੱਥੇ ਕਿਤੇ ਤੁਸੀਂ ਜਾਓ ਮੈਂ ਤੁਹਾਡੇ ਮਗਰ ਚੱਲਾਂਗਾ। ਤੇ ਯਿਸੂ ਨੇ ਉਹਨੂੰ ਕਿਹਾ, ਲੂੰਬੜੀਆਂ ਦੇ ਘੁਰਨੇ ਤੇ ਆਕਾਸ਼ ਦੇ ਪੰਛੀਆਂ ਦੇ ਆਲਣੇ ਹਨ, ਪਰ ਮਨੁੱਖ ਦੇ ਪੁੱਤਰ ਦੇ ਸਿਰ ਧਰਨ ਨੂੰ ਥਾਂ ਨਹੀਂ। ਤੇ ਉਸਨੇ ਹੋਰ ਦੂਜੇ ਨੂੰ ਆਖਿਆ ਕਿ ਮੇਰੇ ਪਿੱਛੇ ਤੁਰ। ਪਰ ਉਹਨੇ ਕਿਹਾ, ਪ੍ਰਭੂ ਜੀ ਮੈਨੂੰ ਆਗਿਆ ਦਿਓ ਜੋ ਪਹਿਲਾਂ ਜਾ ਕੇ ਮੈਂ ਆਪਣੇ ਪਿਓ ਨੂੰ ਦੱਬ ਲਵਾਂ। ਉਸਨੇ ਉਹਨੂੰ ਆਖਿਆ, ਮੁਰਦਿਆਂ ਨੂੰ ਆਪਣੇ ਮੁਰਦੇ ਦੱਬਣ ਦੇ, ਪਰ ਤੂੰ ਜਾ ਕੇ ਪਰਮੇਸ਼ਰ ਦੇ ਰਾਜ ਦੀ ਖਬਰ ਸੁਣਾ। ਅਤੇ ਇੱਕ ਹੋਰ ਬੋਲਿਆ, ਪ੍ਰਭੂ ਜੀ ਮੈਂ ਤੁਹਾਡੇ ਲੜ ਲੱਗਾਂਗਾ, ਪਰ ਪਹਿਲਾਂ ਮੈਨੂੰ ਆਗਿਆ ਦਿਓ ਜੋ ਆਪਣੇ ਘਰ ਦਿਆਂ ਲੋਕਾਂ ਤੋਂ ਵਿਦਿਆ ਹੋ ਆਵਾਂ। ਪਰ ਯਿਸੂ ਨੇ ਉਹਨੂੰ ਆਖਿਆ, ਜੇ ਕੋਈ ਆਪਣਾ ਹੱਥ ਹਲ 'ਤੇ ਰੱਖ ਕੇ ਪਿਛਾਹਾਂ ਨੂੰ ਵੇਖੇ ਉਹ ਪਰਮੇਸ਼ਰ ਦੇ ਰਾਜ ਦੇ ਯੋਗ ਨਹੀਂ। ਇਹ ਜਿਹੜਾ ਬੰਦਾ ਪ੍ਰਭੂ ਯਿਸੂ ਨੂੰ ਕਹਿੰਦਾ ਹੈ ਕਿ ਪ੍ਰਭੂ ਮੈਂ ਤੇਰੇ ਮਗਰ ਚੱਲਾਂਗਾ, ਤਾਂ ਪ੍ਰਭੂ ਨੇ ਇਹਨੂੰ ਕਿਉਂ ਕਿਹਾ ਕਿ ਮੇਰੇ ਕੋਲ ਤਾਂ ਸਿਰ ਧਰਨ ਨੂੰ ਥਾਂ ਨਹੀਂ ਹੈ? ਪ੍ਰਭੂ ਯਿਸੂ ਨੇ ਕਿਹਾ ਕਿ ਮੇਰੇ ਕੋਲ ਤਾਂ ਸਿਰ ਧਰਨ ਨੂੰ ਥਾਂ ਨਹੀਂ। ਲੂੰਬੜੀਆਂ ਦੇ ਕੋਲ ਆਪਣੇ ਘੁਰਨੇ ਆ, ਆਕਾਸ਼ ਦੇ ਪੰਛੀਆਂ ਦੇ ਕੋਲ ਆਪਣੇ ਆਲਣੇ ਆ, ਪਰ ਮੇਰੇ ਕੋਲ ਤਾਂ ਸਿਰ ਧਰਨ ਨੂੰ ਵੀ ਥਾਂ ਨਹੀਂ। ਇੱਦਾਂ ਕਿਉਂ ਕਿਹਾ ਪ੍ਰਭੂ ਨੇ? ਪ੍ਰਭੂ ਸਭ ਕੁਝ ਜਾਣਦਾ ਹੈ ਪਿਆਰਿਓ, ਕਿਉਂਕਿ ਉਹ ਬੰਦਾ ਪ੍ਰਭੂ ਦੇ ਨਾਲ ਚੱਲਣਾ ਤਾਂ ਚਾਹੁੰਦਾ ਹੈ, ਪਰ ਉਹਦੇ ਨਾਲ ਦੁੱਖ ਸਹਿਣ ਨੂੰ ਤਿਆਰ ਨਹੀਂ ਹੈ। ਪ੍ਰਭੂ ਯਿਸੂ ਦੇ ਨਾਲ ਦੁੱਖ ਸਹਿਣ ਨੂੰ ਨਿਸ਼ਚਿਤ ਨਹੀਂ ਹੈ। ਉਹਦੇ ਮਨ ਵਿੱਚ ਇਹ ਹੈ ਕਿ ਯਿਸੂ ਦੇ ਮਗਰ ਚੱਲਣ ਨਾਲ ਮੇਰੇ ਜੀਵਨ ਦੇ ਵਿੱਚ ਕੋਈ ਦੁੱਖ ਨਹੀਂ ਆਵੇਗਾ, ਕੋਈ ਕਸ਼ਟ ਨਹੀਂ ਆਵੇਗਾ, ਸੁੱਖ ਨਾਲ ਜ਼ਿੰਦਗੀ ਗੁਜ਼ਾਰਾਂਗੇ। ਯਿਸੂ ਦੇ ਨਾਲ ਰਵਾਂਗੇ ਤਾਂ ਸੁੱਖ ਹੀ ਸੁੱਖ ਹੈ, ਦੁੱਖਾਂ ਕਸ਼ਟਾਂ ਤੋਂ ਬਚੇ ਰਹਾਂਗੇ। ਪਰ ਪ੍ਰਭੂ ਯਿਸੂ ਨੇ ਕਿਹਾ, ਜੇ ਮੇਰੇ ਮਗਰ ਚੱਲਣਾ ਹੈ ਤਾਂ ਪਹਿਲਾਂ ਦੁੱਖ ਤੇ ਕਸ਼ਟ ਸਹਿਣ ਦੇ ਲਈ ਆਪਣੇ ਆਪ ਨੂੰ ਤਿਆਰ ਕਰ ਲੈ। ਪਰ ਉਹ ਬੰਦਾ ਇਸ ਤਰ੍ਹਾਂ ਕਰਨ ਦੇ ਲਈ ਤਿਆਰ ਨਹੀਂ ਸੀ, ਨਿਸ਼ਚਿਤ ਨਹੀਂ ਸੀ ਪਿਆਰਿਓ। ਤੇ ਅੱਜ ਬਹੁਤ ਸਾਰੇ ਮਸੀਹੀ ਇਹੋ ਜਿਹੇ ਹਨ ਜੋ ਪ੍ਰਭੂ ਯਿਸੂ ਦੇ ਨਾਲ ਦੁੱਖ, ਕਸ਼ਟ, ਮੁਸੀਬਤਾਂ ਸਹਿਣ ਦੇ ਲਈ ਤਿਆਰ ਨਹੀਂ ਹਨ, ਨਿਸ਼ਚਿਤ ਨਹੀਂ ਹਨ। ਤੇ ਜਦੋਂ ਦੂਸਰੇ ਨੂੰ ਪ੍ਰਭੂ ਯਿਸੂ ਨੇ ਕਿਹਾ ਕਿ ਮੇਰੇ ਪਿੱਛੇ ਤੁਰ, ਤੇ ਪਿਆਰਿਓ ਪ੍ਰਭੂ ਯਿਸੂ ਦੇ ਪਿੱਛੇ ਚੱਲਣਾ ਕਿਤੇ ਸੌਖਾ ਆ? ਇਸ ਲਈ ਪ੍ਰਭੂ ਯਿਸੂ ਨੇ ਉਹਨੂੰ ਕਿਹਾ, ਮੇਰੇ ਪਿੱਛੇ ਹੋ ਤੁਰ, ਮੇਰੇ ਪਿੱਛੇ ਤੁਰ। ਤੇ ਪ੍ਰਭੂ ਜਾਣਦਾ ਹੈ ਕਿ ਪ੍ਰਭੂ ਦੇ ਪਿੱਛੇ ਚੱਲਣਾ ਕਿਤੇ ਸੌਖਾ ਨਹੀਂ, ਸੌਖਾ ਨਹੀਂ ਹੈ। ਪ੍ਰਭੂ ਯਿਸੂ ਦੇ ਪਿੱਛੇ ਚੱਲਣਾ ਹੈ ਤਾਂ ਦੁਨਿਆਵੀ ਰਿਸ਼ਤਿਆਂ ਦੀ ਪਰਵਾਹ ਛੱਡਣੀ ਪੈਂਦੀ ਹੈ। ਮਤਲਬ ਜੇ ਪ੍ਰਭੂ ਯਿਸੂ ਦੀ ਸੇਵਾ ਕਰਨ ਵਿੱਚ ਦੁਨਿਆਵੀ ਰਿਸ਼ਤੇ ਰੁਕਾਵਟ ਬਣਦੇ ਹਨ ਤਾਂ ਉਹਨਾਂ ਰੁਕਾਵਟਾਂ ਨੂੰ ਤੋੜਨਾ ਪੈਂਦਾ ਹੈ। ਪ੍ਰਭੂ ਯਿਸੂ ਦੇ ਪਿੱਛੇ ਚੱਲਣਾ ਹੈ ਤੇ ਪਹਿਲਾਂ
ਇਹ ਨਿਸ਼ਚਿਤ ਕਰਨਾ ਪੈਣਾ ਹੈ ਕਿ ਕੋਈ ਵੀ ਦੁਨਿਆਵੀ ਰਿਸ਼ਤਾ ਪ੍ਰਭੂ ਦੇ ਪਿੱਛੇ ਚੱਲਣ ਤੋਂ ਮੈਨੂੰ ਨਹੀਂ ਰੋਕ ਸਕਦਾ। ਇਹ ਬੰਦਾ ਪ੍ਰਭੂ ਦੇ ਪਿੱਛੇ ਚੱਲਣਾ ਤਾਂ ਚਾਹੁੰਦਾ ਹੈ, ਪ੍ਰਭੂ ਦੀ ਸੇਵਾ ਤਾਂ ਕਰਨੀ ਚਾਹੁੰਦਾ ਹੈ, ਪਰ ਇਹਨੂੰ ਆਪਣੇ ਪਿਓ ਦੀ ਚਿੰਤਾ ਹੈ। ਪਿਓ ਹਾਲੇ ਜਿਉਂਦਾ ਹੈ ਨਾ, ਉਹਦੀ ਜ਼ਿੰਮੇਵਾਰੀ ਸਿਰ ਤੇ ਹੈ। ਪ੍ਰਭੂ ਕੋਲੋਂ ਸਮਾਂ ਮੰਗਦਾ ਹੈ ਕਿ ਮਤਲਬ ਹਾਲੇ ਨਹੀਂ ਪ੍ਰਭੂ, ਹਾਲੇ ਤੇਰੇ ਪਿੱਛੇ ਨਹੀਂ ਚੱਲ ਸਕਦਾ ਮੈਂ। ਪਿਓ ਨੂੰ ਮਰ ਲੈਣ ਦੇ, ਪਿਓ ਮਰ ਜਾਏਗਾ, ਉਹਨੂੰ ਦਬ ਦੁਬ ਲਵਾਂ ਤੇ ਬਸ ਫੇਰ ਸੁਰਖਰੂ ਹੋ ਜਾਵਾਂਗਾ ਤੇ ਫੇਰ ਕਰ ਲੂੰਗਾ ਰੱਬ ਰੱਬ। ਪ੍ਰਭੂ ਤੇਰੇ ਪਿੱਛੇ ਚੱਲਾਂਗਾ, ਪਰ ਮੈਨੂੰ ਸਾਰੀਆਂ ਦੁਨਿਆਵੀ ਜ਼ਿੰਮੇਵਾਰੀਆਂ ਜਿਹੜੀਆਂ ਹਨ ਨਾ, ਉਹ ਖਤਮ ਕਰ ਲੈਣ ਦੇ। ਦੁਨਿਆਵੀ ਜ਼ਿੰਮੇਵਾਰੀਆਂ ਦੇ ਵਿੱਚ ਫਸਿਆ ਹੋਇਆ ਹੈ, ਹਾਲੇ ਦੁਨਿਆਵੀ ਜ਼ਿੰਮੇਵਾਰੀਆਂ ਖਤਮ ਕਰਨੀਆਂ ਚਾਹੁੰਦਾ ਹੈ। ਵਿਹਲੇ ਹੋ ਕੇ ਬਸ ਫਿਰ ਪ੍ਰਭੂ ਤੇਰੇ ਪਿੱਛੇ ਹੀ ਆ। ਇਹੋ ਜਿਹਾ ਲੋਕ ਕਦੇ ਵੀ ਪ੍ਰਭੂ ਦੇ ਪਿੱਛੇ ਨਹੀਂ ਚੱਲਦੇ ਮੇਰੇ ਪਿਆਰੇ। ਅੱਜ ਵੀ ਬਹੁਤ ਇਹੋ ਜਿਹੇ ਮਸੀਹੀ ਲੋਕ ਹਨ, ਉਹ ਦੁਨਿਆਵੀ ਰਿਸ਼ਤਿਆਂ ਦੇ ਵਿੱਚ, ਦੁਨਿਆਵੀ ਜ਼ਿੰਮੇਵਾਰੀਆਂ ਦੇ ਵਿੱਚ ਫਸੇ ਪਏ ਹਨ। ਉਹ ਕਦੇ ਵੀ ਪ੍ਰਭੂ ਯਿਸੂ ਦੇ ਪਿੱਛੇ ਨਹੀਂ ਚੱਲ ਸਕਦੇ, ਨਿਸ਼ਚਿਤ ਨਹੀਂ ਹਨ ਔਰ ਕਦੇ ਨਿਸ਼ਚਿਤ ਹੋ ਵੀ ਨਹੀਂ ਸਕਦੇ। ਅੱਜ ਬਹੁਤ ਸਾਰੇ ਮਸੀਹੀ ਇਹੋ ਜਿਹੇ ਹਨ, ਜਦੋਂ ਪੁੱਛੀਏ ਨਾ ਤੁਸੀਂ ਚਰਚ ਨਹੀਂ ਆਏ, ਮਤਲਬ ਤੁਸੀਂ ਸੰਗਤੀ ਵਿੱਚ ਨਹੀਂ ਆਏ, ਇਹਦਾ ਅਰਥ ਹੈ ਕਿ ਤੁਸੀਂ ਪ੍ਰਭੂ ਦੇ ਪਿੱਛੇ ਕਿਉਂ ਨਹੀਂ ਆਏ। ਤੇ ਉਹ ਪਤਾ ਕੀ ਜਵਾਬ ਦਿੰਦੇ ਆ, ਹਾਂ ਆਉਣਾ ਤਾਂ ਸੀ, ਪਰ ਮੇਰੀ ਤਾਈ ਦਾ ਸਿਰ ਦੁਖਦਾ ਸੀ, ਉਹਦਾ ਪਤਾ ਲੈਣ ਜਾਣਾ ਸੀ, ਮੇਰਾ ਫੁੱਫੜ ਬਿਮਾਰ ਸੀ, ਅਸੀਂ ਉੱਥੇ ਚਲੇ ਗਏ, ਮੇਰਾ ਫਰੈਂਡ ਬਿਮਾਰ ਸੀ, ਅਸੀਂ ਉੱਥੇ ਚਲੇ ਗਏ। ਮਤਲਬ ਪ੍ਰਭੂ ਯਿਸੂ ਦੇ ਪਿੱਛੇ ਚੱਲਣ ਲਈ ਨਿਸ਼ਚਿਤ ਨਹੀਂ ਹਨ, ਦੁਨਿਆਵੀ ਰਿਸ਼ਤਿਆਂ ਦੇ ਪਿੱਛੇ ਚੱਲਣ ਲਈ ਪੂਰੇ ਨਿਸ਼ਚਿਤ ਹਨ, ਪੂਰੇ ਨਿਸ਼ਚਿਤ ਹਨ। ਪ੍ਰਭੂ ਯਿਸੂ ਦੇ ਪਿੱਛੇ ਚੱਲਣ ਲਈ ਨਿਸ਼ਚਿਤ ਨਹੀਂ ਹਨ। ਇੱਕ ਹੋਰ ਕੀ ਬੋਲਿਆ ਪ੍ਰਭੂ, ਪਹਿਲਾਂ ਮੈਂ ਆਪਣੇ ਘਰਦਿਆਂ ਨੂੰ ਮਿਲ ਗਲਿਆ ਵਾਂ ਤੇ ਫੇਰ ਚੱਲੂ ਤੇਰੇ ਪਿੱਛੇ। ਪਿਆਰਿਓ, ਅੱਜ ਜਿਹੜੇ ਆਪਣੇ ਆਪ ਨੂੰ ਵਿਸ਼ਵਾਸੀ ਕਹਿੰਦੇ ਹਨ, ਉਹ ਐਤਵਾਰ ਨੂੰ ਕਿਸੇ ਨੂੰ ਮਿਲਣ ਚਲੇ ਜਾਂਦੇ ਹਨ। ਐਤਵਾਰ ਸੰਗਤੀ ਦੇ ਦਿਨ ਜਾਂ ਕੋਈ ਕਿਸੇ ਹੋਰ ਦਿਨ ਸੰਗਤੀ ਲੱਗਦੀ, ਕਿਸੇ ਵੀ ਦਿਨ ਸੰਗਤੀ ਹੁੰਦੀ ਆ, ਉਸ ਦਿਨ ਉਹ ਕਿਸੇ ਨੂੰ ਮਿਲਣ ਚਲੇ ਜਾਂਦੇ ਆ ਵੀ ਚਲੋ ਅੱਜ ਆਪਣੇ ਫਰੈਂਡ ਕੋਲ ਚੱਲਦੇ ਆ, ਆਪਣੇ ਦੋਸਤ ਕੋਲ ਚੱਲਦੇ ਆ, ਚਲੋ ਅੱਜ ਮਾਸੜ ਕੋਲ ਚੱਲਦੇ ਆ, ਚਲੋ ਅੱਜ ਫੁੱਫੜ ਕੋਲ ਚੱਲਦੇ ਆ। ਇਹ ਜਿੰਨੇ ਵੀ ਲੋਕ ਹਨ ਜੋ ਬਚਨ ਦੇ ਵਿੱਚ ਅਸੀਂ ਪੜ੍ਹੇ ਹਨ, ਇਹ ਹੈਗੇ ਯਿਸੂ ਦੇ ਨਾਲ ਹੀ, ਮਤਲਬ ਯਿਸੂ ਦੇ ਪਿੱਛੇ ਚੱਲਣ ਵਾਲੇ ਆ, ਵਿਸ਼ਵਾਸੀ ਕਹਾਉਂਦੇ ਆ। ਪਰ ਯਿਸੂ ਨਾਲੋਂ ਜ਼ਿਆਦਾ ਪ੍ਰੇਮ ਕਿਹਨੂੰ ਹੈ? ਦੁਨੀਆ ਨੂੰ, ਸੰਸਾਰ ਨੂੰ। ਅੱਜ ਵੀ ਬਹੁਤ ਸਾਰੇ ਮਸੀਹੀ ਇਹੋ ਜਿਹੇ ਹਨ, ਯਿਸੂ ਨਾਲੋਂ ਪ੍ਰੇਮ ਸੰਸਾਰ ਨੂੰ ਜ਼ਿਆਦਾ ਕਰਦੇ ਹਨ, ਲੇਕਿਨ ਆਪਣੇ ਆਪ ਨੂੰ ਮਸੀਹੀ ਕਹਿੰਦੇ ਹਨ। ਪਹਿਲ ਪ੍ਰਭੂ ਯਿਸੂ ਨੂੰ ਨਹੀਂ ਦਿੰਦੇ, ਪਹਿਲ ਪ੍ਰਭੂ ਯਿਸੂ ਦੇ ਪਿੱਛੇ ਚੱਲਣ ਨੂੰ ਨਹੀਂ ਦਿੰਦੇ, ਪਹਿਲ ਦੁਨਿਆਵੀ ਗੱਲਾਂ ਨੂੰ ਦਿੰਦੇ ਹਨ, ਸੰਸਾਰਕ ਗੱਲਾਂ ਨੂੰ ਦਿੰਦੇ ਹਨ, ਸੰਸਾਰਕ ਰਿਸ਼ਤਿਆਂ ਨੂੰ ਦਿੰਦੇ ਹਨ, ਦੁਨਿਆਵੀ ਰਿਸ਼ਤਿਆਂ ਨੂੰ ਦਿੰਦੇ ਹਨ। ਪ੍ਰਭੂ ਯਿਸੂ ਬਾਅਦ ਵਿੱਚ ਹੈ, ਦੇਖੀ ਜਾਊ, ਬਾਅਦ 'ਚ ਦੇਖਾਂਗੇ। ਪ੍ਰਭੂ ਯਿਸੂ ਨੇ ਕਿਉਂ ਕਿਹਾ ਕਿ ਜਿਹੜਾ ਹਲ ਉੱਤੇ ਹੱਥ ਰੱਖ ਕੇ ਪਿਛਾਹਾਂ ਦੇਖਦਾ ਹੈ ਨਾ, ਉਹ ਪਰਮੇਸ਼ਰ ਦੇ ਰਾਜ ਦੇ ਯੋਗ ਨਹੀਂ ਹੈ ਪਿਆਰਿਓ, ਉਹ ਯੋਗ ਨਹੀਂ ਹੈ। ਇਸ ਲਈ ਕਿ ਉਹ ਸਭ ਯਿਸੂ ਦੇ ਪਿੱਛੇ ਚੱਲਣ ਵਾਲੇ ਹੀ ਹਨ, ਪਰ ਚੱਲਦੇ ਚੱਲਦੇ ਕੀ ਕਰ ਰਹੇ ਹਨ? ਪਿੱਛੇ ਦੇਖ ਰਹੇ ਹਨ। ਪ੍ਰਭੂ ਯਿਸੂ ਦੇ ਪਿੱਛੇ ਚੱਲਣ ਵਾਲੇ ਚੱਲਦੇ ਚੱਲਦੇ ਪਿੱਛੇ ਦੇਖ ਰਹੇ ਹਨ, ਸੰਸਾਰ ਵੱਲ ਦੇਖ ਰਹੇ ਹਨ, ਦੁਨੀਆ ਦੇ ਵੱਲ ਨੂੰ ਦੇਖ ਰਹੇ ਹਨ। ਕਹਾਉਂਦੇ ਵਿਸ਼ਵਾਸੀ ਹਨ, ਮਸੀਹੀ ਹਨ, ਪਰ ਚੱਲਦੇ ਚੱਲਦੇ ਪਿੱਛੇ ਨੂੰ ਦੇਖ ਰਹੇ ਹਨ। ਅੱਜ ਬਹੁਤ ਮਸੀਹੀ ਹਨ ਜੋ ਆਤਮਿਕ ਨਹੀਂ ਹਨ, ਰੂਹਾਨੀ ਨਹੀਂ ਹਨ, ਕੇਵਲ ਔਰ ਕੇਵਲ ਦੁਨਿਆਵੀ ਹਨ, ਸੰਸਾਰਕ ਹਨ ਪਿਆਰਿਓ। ਉਹਨਾਂ ਦਾ ਜੀਵਨ ਦੇਖੋ, ਆਤਮਿਕ ਲੋਕਾਂ ਵਾਲੀ ਕੋਈ ਗੱਲ ਉਹਨਾਂ ਵਿੱਚ ਨਜ਼ਰ ਨਹੀਂ ਆਉਂਦੀ।
ਤਾਂ ਇਹੋ ਜਿਹੇ ਮਸੀਹੀ ਲੋਕਾਂ ਦੇ ਬਾਰੇ ਪ੍ਰਭੂ ਯਿਸੂ ਨੇ ਕੀ ਕਿਹਾ ਹੈ ਪਤਾ ਹੈ? ਪ੍ਰਭੂ ਯਿਸੂ ਨੇ ਇਹੋ ਜਿਹੇ ਲੋਕਾਂ ਬਾਰੇ ਕਿਹਾ ਹੈ, ਉਹ ਪਰਮੇਸ਼ਰ ਦੇ ਰਾਜ ਦੇ ਯੋਗ ਨਹੀਂ ਹਨ। ਤੇ ਇਹਦਾ ਕੀ ਅਰਥ ਹੋਇਆ ਕਿ ਉਹ ਪਰਮੇਸ਼ਰ ਦੇ ਰਾਜ ਦੇ ਯੋਗ ਨਹੀਂ ਹਨ? ਫਿਰ ਉਹ ਕਿੱਥੇ ਸੁੱਟਣ ਦੇ ਯੋਗ ਹਨ? ਉਹ ਨਰਕ ਦੇ ਵਿੱਚ ਸੁੱਟਣ ਦੇ ਯੋਗ ਹਨ। ਇਹੋ ਜਿਹੇ ਲੋਕਾਂ ਦਾ ਪਰਮੇਸ਼ਰ ਕਹਾਉਣ ਤੋਂ ਪ੍ਰਭੂ ਸ਼ਰਮਾਉਂਦਾ ਹੈ। ਪ੍ਰਭੂ ਯਿਸੂ ਇਹੋ ਜਿਹੇ ਲੋਕਾਂ ਦਾ ਪਰਮੇਸ਼ਰ ਕਹਾਉਣ ਤੋਂ ਸ਼ਰਮਾਉਂਦਾ ਹੈ ਪਿਆਰਿਓ। ਉਹ ਲੋਕਾਂ ਕੋਲ ਪ੍ਰਭੂ ਯਿਸੂ ਨੂੰ ਆਪਣਾ ਪਰਮੇਸ਼ਰ ਕਹਿੰਦੇ ਹਨ, ਪਰ ਪ੍ਰਭੂ ਯਿਸੂ ਉਹਨਾਂ ਦਾ ਪਰਮੇਸ਼ਰ ਕਹਾਉਣ ਤੋਂ ਸ਼ਰਮਾਉਂਦਾ ਹੈ। ਉਹ ਕਿਹਨਾਂ ਦਾ ਪਰਮੇਸ਼ਰ ਕਹਾਉਣ ਤੋਂ ਨਹੀਂ ਸ਼ਰਮਾਉਂਦਾ? ਜਿਹੜੇ ਨਿਸ਼ਚਿਤ ਹਨ, ਜਿਹੜੇ ਪ੍ਰਭੂ ਯਿਸੂ ਦੇ ਪਿੱਛੇ ਚੱਲਣ ਵਿੱਚ ਨਿਸ਼ਚਿਤ ਹਨ, ਜਿਹੜੇ ਪੂਰੀ ਤਰ੍ਹਾਂ ਨਿਸ਼ਚਿਤ ਹਨ, ਜਿਹੜੇ ਦੁਨੀਆ ਵਿਚਲੇ ਇਸ ਦੇਸ਼ ਨੂੰ ਨਹੀਂ ਬਲਕਿ ਉਸ ਉੱਤਮ ਸਵਰਗੀ ਦੇਸ਼ ਨੂੰ ਲੋਚਦੇ ਹਨ। ਮੈਂ ਰਿਪੀਟ ਕਰਦਾ, ਜਿਹੜੇ ਦੁਨੀਆ ਵਿਚਲੇ ਇਸ ਦੇਸ਼ ਨੂੰ ਨਹੀਂ ਬਲਕਿ ਇਸ ਤੋਂ ਉੱਤਮ ਸਵਰਗੀ ਦੇਸ਼ ਨੂੰ ਲੋਚਦੇ ਹਨ, ਉਹਨਾਂ ਦਾ ਪਰਮੇਸ਼ਰ ਕਹਾਉਣ ਤੋਂ ਪ੍ਰਭੂ ਯਿਸੂ ਕਦੇ ਨਹੀਂ ਸ਼ਰਮਾਉਂਦਾ। ਇਸ ਕਾਰਨ ਪਰਮੇਸ਼ਰ ਉਹਨਾਂ ਦੀ ਵੱਲੋਂ ਨਹੀਂ ਸ਼ਰਮਾਉਂਦਾ ਕਿ ਉਹਨਾਂ ਦਾ ਪਰਮੇਸ਼ਰ ਕਹਾਵੇ। ਪਿਆਰਿਓ, ਇਹ ਮੈਂ ਨਹੀਂ ਕਹਿ ਰਿਹਾ, ਪਰਮੇਸ਼ਰ ਦਾ ਬਚਨ ਕਹਿ ਰਿਹਾ ਹੈ। ਕਿੱਥੇ ਲਿਖਿਆ ਹੋਇਆ ਹੈ ਭਲਾ? ਇਬਰਾਨੀਆਂ 11 ਅਧਿਆਏ ਉਹਦੀ 16 ਆਇਤ ਦੇ ਵਿੱਚ ਲਿਖਿਆ ਹੋਇਆ ਹੈ। ਮੈਂ ਪੜਾਂਗਾ, ਦੇਖੋ ਇਬਰਾਨੀਆਂ 11 ਉਹਦੀ 16 ਲਿਖਿਆ ਹੋਇਆ ਹੈ, ਪਰ ਹੁਣ ਉਹ ਉਸ ਤੋਂ ਉੱਤਮ ਅਰਥਾਤ ਸਵਰਗੀ ਦੇਸ਼ ਨੂੰ ਲੋਚਦੇ ਹਨ। ਇਸ ਕਾਰਨ ਪਰਮੇਸ਼ਰ ਉਹਨਾਂ ਦੀ ਵੱਲੋਂ ਨਹੀਂ ਸ਼ਰਮਾਉਂਦਾ ਕਿ ਉਹਨਾਂ ਦਾ ਪਰਮੇਸ਼ਰ ਕਹਾਵੇ, ਕਿਉਂਕਿ ਉਹਨੇ ਉਹਨਾਂ ਲਈ ਇੱਕ ਨਗਰੀ ਤਿਆਰ ਕਰ ਛੱਡੀ ਹੈ। ਦੇਖੋ ਪਿਆਰਿਓ, ਉਹਨਾਂ ਦਾ ਪਰਮੇਸ਼ਰ ਕਹਾਉਣ ਤੋਂ ਪ੍ਰਭੂ ਯਿਸੂ ਨਹੀਂ ਸ਼ਰਮਾਉਂਦਾ। ਜਿਹੜੇ ਉਸ ਸਵਰਗੀ ਦੇਸ਼ ਨੂੰ ਲੋਚਦੇ ਹਨ, ਉੱਤਮ ਦੇਸ਼ ਨੂੰ ਲੋਚਦੇ ਹਨ, ਉਹਨਾਂ ਦਾ ਪਰਮੇਸ਼ਰ ਕਹਾਉਣ ਤੋਂ ਪ੍ਰਭੂ ਯਿਸੂ ਨਹੀਂ ਸ਼ਰਮਾਉਂਦਾ। ਅੱਜ ਤੁਸੀਂ ਇਹੋ ਜਿਹੇ ਮਸੀਹੀ ਲੋਕ ਦੇਖੋ ਜਿਨ੍ਹਾਂ ਦੀ ਜ਼ਿੰਦਗੀ ਦੇਖ ਕੇ ਲੱਗਦਾ ਹੀ ਨਹੀਂ ਕਿ ਇਹ ਮਸੀਹੀ ਹੋਣਗੇ, ਜਿਨ੍ਹਾਂ ਦਾ ਜੀਵਨ ਦੇਖ ਕੇ ਲੱਗਦਾ ਹੀ ਨਹੀਂ ਕਿ ਯਿਸੂ ਦੇ ਪਿੱਛੇ ਚੱਲਣ ਵਾਲੇ ਹੋਣਗੇ। ਉਹ ਆਪਣੇ ਆਪ ਨੂੰ ਵਿਸ਼ਵਾਸੀ ਕਹਿੰਦੇ ਹਨ ਤੇ ਪ੍ਰਭੂ ਯਿਸੂ ਨੂੰ ਆਪਣਾ ਪਰਮੇਸ਼ਰ ਕਹਿੰਦੇ ਹਨ। ਆਪਣੇ ਆਪ ਨੂੰ ਵਿਸ਼ਵਾਸੀ ਕਹਿੰਦੇ ਹਨ ਤੇ ਪ੍ਰਭੂ ਯਿਸੂ ਨੂੰ ਆਪਣਾ ਪਰਮੇਸ਼ਰ ਕਹਿੰਦੇ ਹਨ। ਜਿਨ੍ਹਾਂ ਦੇ ਜੀਵਨ ਤੋਂ ਦੁਨੀਆ ਚੰਗੀ ਤਰ੍ਹਾਂ ਵਾਕਿਫ ਹੈ, ਉਹ ਜਦੋਂ ਪ੍ਰਭੂ ਯਿਸੂ ਨੂੰ ਆਪਣਾ ਪਰਮੇਸ਼ਰ ਦੱਸਦੇ ਹਨ ਤਾਂ ਯਿਸੂ ਨਾਮ ਨੂੰ ਬਦਨਾਮ ਕਰਦੇ ਹਨ। ਇਸ ਲਈ ਪ੍ਰਭੂ ਯਿਸੂ ਉਹਨਾਂ ਦਾ ਪਰਮੇਸ਼ਰ ਕਹਾਉਣ ਤੋਂ ਸ਼ਰਮਾਉਂਦਾ ਹੈ। ਪਿਆਰਿਓ, ਪ੍ਰਭੂ ਯਿਸੂ ਉਹਨਾਂ ਦਾ ਪਰਮੇਸ਼ਰ ਕਹਾਉਣ ਤੋਂ ਸ਼ਰਮਾਉਂਦਾ ਹੈ। ਮੇਰੇ ਪਿਆਰੇ, ਸੰਤ ਪੌਲੂਸ ਨੇ ਕਿਹਾ ਹੈ, ਸੰਤ ਪੌਲੂਸ ਨੇ ਕਿ ਇਹੋ ਜਿਹੇ ਲੋਕ ਹਨ ਜਿਹੜੇ ਇਹਨਾਂ ਨਾਲੋਂ ਮੈਨੂੰ ਤੁਹਾਡੇ ਕੋਲੋਂ ਚੰਗੀਆਂ ਗੱਲਾਂ ਦੀ ਆਸ ਹੈ। ਸੰਤ ਪੌਲੂਸ ਨੇ ਕਿਹਾ ਹੈ, ਇਹੋ ਜਿਹੇ ਲੋਕਾਂ ਨਾਲੋਂ ਪਿਆਰਿਓ ਤੁਹਾਡੇ ਕੋਲੋਂ ਮੈਨੂੰ ਚੰਗੀਆਂ ਗੱਲਾਂ ਦੀ ਆਸ ਹੈ, ਉਹ ਗੱਲਾਂ ਜੋ ਮੁਕਤੀ ਨਾਲ ਸੰਬੰਧ ਰੱਖਦੀਆਂ ਹਨ। ਇਬਰਾਨੀਆਂ 6 ਅਧਿਆਏ ਉਹਦੀ 9 ਆਇਤ ਦੇ ਵਿੱਚ ਅਸੀਂ ਪੜ੍ਹ ਸਕਦੇ ਹਾਂ, ਸੰਤ ਪੌਲੂਸ ਨੇ ਇਹ ਫਰਮਾਇਆ ਹੈ। ਸੰਤ ਪੌਲੂਸ ਦੀ ਤਰ੍ਹਾਂ ਮੈਨੂੰ ਵੀ ਪਿਆਰਿਓ ਤੁਹਾਡੇ ਤੋਂ ਚੰਗੀਆਂ ਗੱਲਾਂ ਦੀ ਆਸ ਹੈ, ਉਹ ਗੱਲਾਂ ਜੋ ਮੁਕਤੀ ਨਾਲ ਸੰਬੰਧ ਰੱਖਦੀਆਂ ਹਨ। ਤੇ ਮੈਨੂੰ ਇਕੱਲੇ ਨੂੰ ਹੀ ਨਹੀਂ, ਉਹਨਾਂ ਸਭ ਨੂੰ ਵੀ ਜਿਹੜੇ ਇਸ ਲਿਖਤ ਦੀਆਂ, ਇਹ ਬਾਈਬਲ ਦੀ ਲਿਖਤ ਦੀਆਂ ਸੱਚਾਈਆਂ ਸਿਖਾਉਂਦੇ ਹਨ। ਹਾਲੇਲੂਇਆ, ਆਮੀਨ, ਆਮੀਨ, ਆਮੀਨ।